बहुत बंदे ना तुहानू ऐसे मिलते होणगे ਜਿਹੜੇ ਇਹ ਗੱਲ ਤੁਹਾਨੂੰ ਕਹਿੰਦੇ ਹੋਣਗੇ, ਵੇਖੋ ਜੀ ਸਾਡੇ ਨਾਲ ਵੱਡੇ ਭਾਗ ਨਹੀਂ ਹੈਗੇ, ਸਾਡੇ ਨਾਲ ਚੰਗੇ ਭਾਗ ਨਹੀਂ ਹੈਗੇ, ਤੁਹਾਡੇ ਬੜੇ ਚੰਗੇ ਭਾਗ ਨੇ। ਵੇਖੋ ਤੁਸੀਂ ਸਤਸੰਗ ਕਰਦੇ ਹੋ ਆਪਣੇ ਜੀਵਨ ਦੇ ਵਿੱਚ, ਸਾਨੂੰ ਤੇ ਜੀ ਕੰਮਾਂ ਕਾਜਾਂ ਤੋਂ ਹੀ ਵਿਹਲ ਨਹੀਂ ਮਿਲਦਾ, ਅਸੀਂ ਤੇ ਸਤਸੰਗ ਕਰ ਹੀ ਨਹੀਂ ਸਕਦੇ, ਸਾਡੇ ਤੇ ਭਾਗ ਹੀ ਨਹੀਂ ਹੈਗੇ। ਜਦੋਂ ਇਹ ਗੱਲਾਂ ਕਰਦੇ ਨੇ ਨਾ ਤੇ ਨਾਲ ਫਿਰ ਨਾ ਗੁਰਬਾਣੀ ਦੀ ਇਹ ਪੰਕਤੀ ਪੜ੍ਹਦੇ ਨੇ। ਕਿਹੜੀ ਪੰਕਤੀ? ਬਿਨ ਭਾਗਾਂ ਸਤ ਸੰਗ ਨਾ ਲੱਭੈ। ਉਹ ਕਹਿੰਦੇ ਵੇਖੋ ਜੀ ਗੁਰਬਾਣੀ ਦੇ ਵਿੱਚ ਵੀ ਆਇਆ ਕਿ ਬਿਨਾਂ ਭਾਗਾਂ ਤੋਂ ਸਤਸੰਗ ਕਿੱਥੇ ਲੱਭਦਾ ਹੈ, ਸਾਡੇ ਤੇ ਭਾਗ ਹੀ ਨਹੀਂ ਹੈਗੇ ਚੰਗੇ, ਵੱਡੇ ਭਾਗ ਹੀ ਨਹੀਂ ਹੈਗੇ, ਤੁਹਾਡੇ ਬੜੇ ਵੱਡੇ ਭਾਗ ਨੇ। ਵੇਖੋ ਤੁਸੀਂ ਸਤਸੰਗ ਕਰੀ ਜਾਂਦੇ ਹੋ, ਗੁਰੂ ਸਾਹਿਬ ਵੀ ਤਾਂ ਕਹਿ ਰਹੇ ਨੇ ਨਾ ਵੀ ਭਾਗਾਂ ਤੋਂ ਬਗੈਰ ਕੁਛ ਨਹੀਂ ਹੈ। ਹੁਣ ਇੰਨੀ ਗੱਲ ਕਹਿ ਕੇ ਉਹ ਬੰਦੇ ਬੜੇ ਹੀ ਆਰਾਮ ਦੇ ਨਾਲ ਛੁੱਟ ਜਾਂਦੇ ਨੇ। ਉਹ ਕਹਿੰਦੇ ਵੇਖੋ ਸਾਡੇ ਤੇ ਭਾਗ ਹੀ ਚੰਗੇ ਨਹੀਂ ਹੈਗੇ, ਹੁਣ ਅਸੀਂ ਭਾਵੇਂ ਚੋਰੀ ਕਰੀਏ, ਠੱਗੀ ਕਰੀਏ, ਬੇਈਮਾਨੀ ਕਰੀਏ, ਡਾਕੇ ਮਾਰੀਏ, ਲੁੱਟ ਖਸੁੱਟ ਕਰੀਏ, ਸਭ ਚੱਲਦਾ, ਠੀਕ ਹੈ ਨਾ, ਕਿਉਂਕਿ ਸਾਡੇ ਤੇ ਭਾਗ ਹੀ ਨਹੀਂ ਹੈਗੇ। ਗੌਰ ਕਰਿਓ ਜਿਸ ਤਰੀਕੇ ਦੇ ਨਾਲ ਇਸ ਵਾਕ ਦੇ ਅਰਥ ਕਰਕੇ ਸਾਡੇ ਸਾਹਮਣੇ ਰੱਖੇ ਗਏ ਨਾ, ਲੋਕਾਂ ਨੂੰ ਸ਼ੈ ਮਿਲੀ ਹੈ ਕਿ ਮਾੜੇ ਕੰਮ ਜਿੰਨੇ ਮਰਜ਼ੀ ਕਰੀ ਜਾਓ, ਤੇ ਜਦੋਂ ਕੋਈ ਪੁੱਛੇ ਕਿ ਤੁਸੀਂ ਸਤਸੰਗ ਨਹੀਂ ਕਰਦੇ ਤੇ ਉੱਥੇ ਇਹ ਗੱਲ ਕਹਿ ਦਿਓ ਵੇਖੋ ਜੀ ਗੁਰਬਾਣੀ ਵਿੱਚ ਵੀ ਆਇਆ ਬਿਨ ਭਾਗਾਂ ਸਤਸੰਗ ਨਾ ਲੱਭੈ। ਬਿਨਾਂ ਭਾਗਾਂ ਤੋਂ ਕਿੱਥੇ ਸਤਸੰਗ ਲੱਭਦਾ, ਇਸ ਕਰਕੇ ਅਸੀਂ ਸਤਸੰਗ ਨਹੀਂ ਕਰਦੇ। ਇੱਦਾਂ ਦੀਆਂ ਗੱਲਾਂ ਕਰਦੇ ਲੋਕ ਆਮ ਮਿਲ ਜਾਂਦੇ ਨੇ। ਪਰ ਗੌਰ ਕਰਿਓ ਅਸਲ ਦੇ ਵਿੱਚ ਨਾ ਇੱਥੇ ਗਲਤੀ ਪਤਾ ਕਿੱਥੇ ਹੋ ਰਹੀ ਹੈ? ਜਦੋਂ ਅਸੀਂ ਇਸ ਵਾਕ ਨੂੰ ਪੜ੍ਹਦੇ ਹਾਂ ਨਾ, ਵਾਕ ਨੂੰ ਪੜ੍ਹਨ ਲੱਗਿਆ ਨਾ ਅਸੀਂ ਬਿੰਦੀ ਦੀ ਵਰਤੋਂ ਕਰ ਰਹੇ ਹਾਂ। ਇੱਥੇ ਅਸੀਂ ਪੜ੍ਹਦੇ ਹਾਂ ਬਿਨ ਭਾਗਾਂ ਸਤ ਸੰਗ ਨਾ ਲੱਭੈ, ਇੱਥੇ ਅਸੀਂ ਪੜ੍ਹਦੇ ਹਾਂ ਭਾਗਾਂ, ਪਰ ਇੱਥੇ ਭਾਗਾਂ ਨਹੀਂ ਪੜ੍ਹਿਆ ਜਾਣਾ, ਇੱਥੇ ਪੜ੍ਹਿਆ ਜਾਣਾ ਹੈ ਭਾਗਾ। ਬਿਨ ਭਾਗਾ ਸਤ ਸੰਗ ਨਾ ਲੱਭੈ, ਇਸ ਤਰੀਕੇ ਨਾਲ ਪੜ੍ਹਿਆ ਜਾਣਾ ਹੈ। ਕਿਉਂਕਿ ਜੇਕਰ ਭਾਗਾਂ ਪੜਾਂਗੇ ਤਾਂ ਫਿਰ ਤੇ ਲੋਕੀ ਗੱਲਾਂ ਕਰ ਹੀ ਰਹੇ ਨਾ ਕਿ ਸਾਡੇ ਤੇ ਵੇਖੋ ਜੀ ਵੱਡੇ ਭਾਗ ਹੀ ਨਹੀਂ ਹੈਗੇ ਤੇ ਅਸੀਂ ਕਿਵੇਂ ਸਤਸੰਗ ਕਰ ਲਈਏ। ਪਰ ਜੇਕਰ ਇੱਥੇ ਅਸੀਂ ਭਾਗਾ ਪੜਾਂਗੇ ਨਾ ਤੇ ਭਾਗਾ ਦਾ ਅਰਥ ਕੁਝ ਹੋਰ ਬਣੇਗਾ। ਭਾਗਾ ਦਾ ਅਰਥ ਬਣੇਗਾ ਭਾਗ ਲੈਣਾ, ਜਿਹਨੂੰ ਆਪਾਂ ਕਹਿੰਦੇ ਆ ਹਿੱਸਾ ਲੈਣਾ, ਪਾਰਟਿਸਿਪੇਟ ਕਰਨਾ, ਠੀਕ ਹੈ ਨਾ। ਬਿਨ ਭਾਗਾ, ਬਿਨਾ ਭਾਗ ਲਿਆ, ਬਿਨਾ ਪਾਰਟਿਸਿਪੇਟ ਕੀਤਿਆਂ, ਬਿਨਾ ਹਿੱਸਾ ਲਿਆ, ਬਿਨਾ ਉਦਮ ਕੀਤਿਆਂ ਸਤਸੰਗ ਨਾ ਲੱਭੈ। ਸਤ ਦਾ ਸੰਗ ਜਿਹੜਾ ਹੈ ਨਾ ਉਹ ਲੱਭਦਾ ਨਹੀਂ ਹੈ। ਉਦਮ ਤੈਨੂੰ ਕਰਨਾ ਪਏਗਾ ਸਤਸੰਗ ਵਾਲੇ ਪਾਸੇ ਨੂੰ। ਗੱਲ ਭਾਗ ਲੈਣ ਦੀ ਹੋ ਰਹੀ ਹੈ, ਗੱਲ ਉਦਮ ਕਰਨ ਦੀ ਹੋ ਰਹੀ ਹੈ, ਪਾਰਟਿਸਿਪੇਟ ਕਰਨ ਦੀ ਹੋ ਰਹੀ ਹੈ ਕਿ ਚੰਗੇ ਪਾਸੇ ਨੂੰ ਪਾਰਟਿਸਿਪੇਟ ਕਰ, ਚੰਗੇ ਪਾਸੇ ਨੂੰ ਭਾਗ ਲੈ, ਹਿੱਸਾ ਲੈ, ਉਦਮ ਕਰ ਉਸ ਪਾਸੇ ਨੂੰ। ਸਤਸੰਗ ਦੀ ਗੱਲ ਹੈ ਨਾ। ਸਤਸੰਗ ਕੀ ਹੈ? ਸਤਸੰਗ ਦਾ ਇਹ ਅਰਥ ਨਹੀਂ ਹੈ ਕਿ ਇੱਕ ਜਗ੍ਹਾ ਦੇ ਉੱਤੇ ਕਿਤੇ 5-7 ਰਾਗੀ ਜਥੇ ਆਏ ਹੋਏ ਨੇ, 2-4 ਪ੍ਰਚਾਰਕ ਆਏ ਹੋਏ ਨੇ ਤੇ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ ਤੇ ਆਪਾਂ ਕਹੀਏ ਜੀ ਇਹ ਸਤਸੰਗ ਹੋ ਰਿਹਾ। ਸਤਸੰਗ ਦਾ ਅਰਥ ਹੈ ਸਤ ਦਾ ਸੰਗ। ਸਤ ਕੀ ਹੈ? ਸੱਚ, ਠੀਕ ਹੈ ਨਾ। ਸੱਚ ਦਾ ਸੰਗ ਕਰਨਾ ਹੈ। ਉਹਦੇ ਵਾਸਤੇ ਜ਼ਰੂਰੀ ਨਹੀਂ ਹੈ ਕਿ ਬਹੁਤ ਵੱਡਾ ਪੰਡਾਲ ਲੱਗਾ ਹੋਵੇ, ਉੱਥੇ ਬਹੁਤ ਵੱਡਾ ਸਮਾਗਮ ਚੱਲ ਰਿਹਾ ਹੋਵੇ। ਸਤ ਦਾ ਸੰਗ ਤੇ ਤੁਸੀਂ ਇਕੱਲੇ ਬਹਿ ਕੇ ਵੀ ਕਰ ਸਕਦੇ ਹੋ। ਸੱਚ ਦਾ ਸੰਗ ਕਰਨਾ ਹੈ ਨਾ। ਸੱਚ ਦਾ ਸੰਗ ਕਰਨਾ ਕਿੰਨੇ ਹੈ? ਮੇਰੇ ਮਨ ਨੇ। ਮੈਂ ਆਪਣੇ ਮਨ ਨੂੰ ਸੱਚ ਦਾ ਸੰਗ ਕਰਾਉਣਾ ਹੈ। ਉਹਦੇ ਵਾਸਤੇ ਇਹ ਗੱਲਾਂ ਕਹਿਣ ਦੀ ਲੋੜ ਨਹੀਂ ਹੈ ਕਿ ਸਾਡੇ ਤੇ ਜੀ ਭਾਗ ਹੀ ਨਹੀਂ ਹੈਗੇ ਚੰਗੇ, ਅਸੀਂ ਵੱਡੇ ਭਾਗਾਂ ਵਾਲੇ ਨਹੀਂ ਹੈਗੇ, ਇਸ ਕਰਕੇ ਅਸੀਂ ਸਤਸੰਗ ਨਹੀਂ ਕਰ ਰਹੇ। ਇੱਥੇ ਉਹ ਗੱਲ ਹੋ ਹੀ ਨਹੀਂ ਰਹੀ। ਇੱਥੇ ਗੱਲ ਹੈ ਉਦਮ ਕਰਨ ਦੀ, ਇੱਥੇ ਗੱਲ ਹੈ ਭਾਗ ਲੈਣ ਦੀ। ਬਿਨ ਭਾਗਾ, ਜਿਹੜਾ ਮਨੁੱਖ ਭਾਗ ਨਹੀਂ ਨਾ ਲੈਂਦਾ, ਉਹਨੂੰ ਕਿਹਾ ਜਾ ਰਿਹਾ ਹੈ ਕਿ ਭਾਗ ਲਿੱਤੇ ਬਗੈਰ ਸਤਸੰਗ ਨਾ ਲੱਭੈ, ਠੀਕ ਹੈ ਨਾ। ਜੇ ਤੂੰ ਭਾਗ ਨਹੀਂ ਲਏਗਾ, ਭਾਵ ਜੇ ਤੂੰ ਉਦਮ ਨਹੀਂ ਕਰੇਗਾ,
ਤੇ ਤੈਨੂੰ ਸੱਤ ਦਾ ਸੰਗ ਜਿਹੜਾ ਹੈ ਉਹ ਨਹੀਂ ਮਿਲਣਾ। ਸੱਚ ਵਾਲੇ ਪਾਸੇ ਨੂੰ ਤੈਨੂੰ ਹੀ ਉਦਮ ਕਰਨਾ ਪੈਣਾ ਹੈ। ਤੂੰ ਕਰ ਆਪਣਾ ਉਦਮ ਸੱਚ ਵਾਲੇ ਪਾਸੇ ਨੂੰ। ਮਹਿਲਾ ਪਹਿਲਾ ਦਾ ਅਸੀਂ ਵਾਕ ਪੜ੍ਹਦੇ ਹਾਂ ਨਾ, ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੈ ਪਾਲ, ਕਿ ਸਚਿਆਰੇ ਕਿਵੇਂ ਬਣਿਆ ਜਾਵੇ ਤੇ ਕੂੜ ਦੀ ਕੰਧ ਜਿਹੜੀ ਹੈ, ਝੂਠ ਦੀ ਕੰਧ ਜਿਹੜੀ ਹੈ, ਉਹਨੂੰ ਕਿਵੇਂ ਤੋੜਿਆ ਜਾਵੇ। ਠੀਕ ਹੈ ਨਾ। ਇਹ ਗੱਲ ਕਾਦੀ ਹੋ ਰਹੀ ਹੈ? ਇਹ ਸਤਸੰਗ ਦੀ ਗੱਲ ਹੀ ਤੇ ਹੋ ਰਹੀ ਹੈ। ਸਤਸੰਗ ਵਾਲੇ ਪਾਸੇ ਨੂੰ ਜਾਣ ਦੀ ਗੱਲ ਹੀ ਤੇ ਹੋ ਰਹੀ ਹੈ। ਸਚਿਆਰਾ ਉਹਨੂੰ ਹੀ ਕਹਾਂਗੇ ਨਾ ਜਿਹੜਾ ਸਤਸੰਗ ਕਰਦਾ ਹੋਵੇਗਾ, ਜਿਹਨੇ ਸੱਚ ਦਾ ਸੰਗ ਕੀਤਾ ਹੋਵੇਗਾ, ਜਿਹਨੇ ਟਰੁੱਥ ਦਾ ਸੰਗ ਕੀਤਾ ਹੋਵੇਗਾ, ਜਿਹਨੇ ਸੱਚ ਦਾ ਆਨੰਦ ਮਾਣਿਆ ਹੋਵੇਗਾ, ਉਹਦੀ ਗੱਲ ਹੁੰਦੀ ਪਈ ਹੈ। ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ। ਅੱਗੇ ਕੀ ਕਹਿੰਦੇ ਨੇ? ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਨਾਨਕ ਜੀ ਇੱਥੇ ਇਹ ਗੱਲ ਸਮਝਾ ਰਹੇ ਨੇ ਕਿ ਭਲਿਆ ਜੇ ਤੂੰ ਆਪਣੇ ਜੀਵਨ ਦੇ ਵਿੱਚ ਸਚਿਆਰ ਬਣਨਾ ਚਾਹੁੰਦਾ ਹੈ ਨਾ, ਤੇ ਤੈਨੂੰ ਹੁਕਮ ਦੇ ਵਿੱਚ ਤੁਰਨਾ ਪਏਗਾ। ਭਾਵ ਤੈਨੂੰ ਕੁਦਰਤੀ ਨਿਯਮਾਂ ਨੂੰ ਸਮਝ ਕੇ ਹਮੇਸ਼ਾ ਸਹੀ ਪਾਸੇ ਨੂੰ ਉਦਮ ਕਰਨਾ ਪਏਗਾ। ਜੇ ਤੂੰ ਸਹੀ ਪਾਸੇ ਨੂੰ ਉਦਮ ਕਰੇਗਾ ਨਾ, ਸੱਚ ਕਰਕੇ ਜਾਣੀ, ਉਹਦਾ ਰਿਜ਼ਲਟ ਵੀ ਜਿਹੜਾ ਹੋਏਗਾ ਨਾ ਉਹ ਸਹੀ ਹੋਏਗਾ। ਤੇ ਜੇ ਤੇਰਾ ਉਦਮ ਮਾੜੇ ਪਾਸੇ ਨੂੰ ਹੋਏਗਾ ਤੇ ਰਿਜ਼ਲਟ ਵੀ ਮਾੜਾ ਹੀ ਹੋਵੇਗਾ। ਇਸ ਕਰਕੇ ਆਪਣੇ ਜੀਵਨ ਵਿੱਚ ਚੰਗੇ ਕਰਮ ਕਰ, ਨੇਕ ਕਰਮ ਕਰ। ਠੀਕ ਹੈ ਨਾ। ਇਸ ਪਾਸੇ ਨੂੰ ਤੂੰ ਭਾਗ ਲੈ, ਨੇਕ ਕੰਮ ਕਰਨ ਵਾਲੇ ਪਾਸੇ ਨੂੰ ਭਾਗ ਲੈ, ਉਦਮ ਕਰ ਆਪਣਾ ਇਸ ਪਾਸੇ ਨੂੰ ਬਿਨ ਭਾਗਾ। ਤੇ ਜੇ ਤੂੰ ਭਾਗ ਨਹੀਂ ਲਿਆ ਫਿਰ ਸਤ ਸੰਗ ਨਾ ਲੱਭੈ। ਤੈਨੂੰ ਸੱਚ ਦਾ ਸੰਗ ਲੱਭਣਾ ਨਹੀਂ ਹੈ, ਫਿਰ ਤੂੰ ਸਚਿਆਰ ਹੋ ਨਹੀਂ ਸਕਣਾ। ਸੱਚ ਦਾ ਸੰਗ ਕਰੇਗਾ ਤਾਂ ਹੀ ਸਚਿਆਰ ਹੋ ਸਕੇਗਾ। ਬਿਨ ਸੰਗਤ ਮੈਲ ਭਰੀਜੈ ਜੀਓ। ਜੇ ਤੂੰ ਸੱਤ ਦਾ ਸੰਗ ਨਾ ਕੀਤਾ, ਜੇ ਤੂੰ ਇਹ ਸੰਗਤ ਨਾ ਕੀਤੀ ਸੱਚ ਦੀ, ਹੋਏਗਾ ਕਿ ਬਿਨ ਸੰਗਤ ਮੈਲ ਭਰੀਜੈ ਜੀਓ। ਤੇਰੇ ਅੰਦਰ ਮੈਲ ਜਿਹੜੀ ਹੈ ਨਾ ਉਹ ਭਰਤੀ ਜਾਣੀ ਹੈ। ਦਿਨੋਂ ਦਿਨ ਇਹ ਮੈਲ ਜਿਹੜੀ ਹੈ ਉਹ ਵੱਧਦੀ ਜਾਣੀ ਹੈ। ਕਿਹੜੀ ਮੈਲ ਦਾ ਜ਼ਿਕਰ ਹੋ ਰਿਹਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਇਹਨਾਂ ਦੇ ਭੈੜੇ ਪ੍ਰਭਾਵ ਦੀ ਜਿਹੜੀ ਮੈਲ ਹੈ ਨਾ ਉਹ ਅੰਦਰ ਭਰਦੀ ਜਾਣੀ ਹੈ, ਭਰਦੀ ਜਾਣੀ ਹੈ, ਭਰਦੀ ਜਾਣੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਛਿਆ। ਸਾਡਾ ਮਨ ਜਿਹੜਾ ਹੈ ਨਾ ਕਾਲਾ ਹੋਇਆ ਪਿਆ। ਇਹ ਕਈ ਜਨਮ ਭੋਗੀ ਜਾਂਦਾ ਹੈ। ਇੱਕ ਦਿਨ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਜਨਮ ਭੋਗ ਲੈਂਦਾ ਹੈ। ਕਦੀ ਇਹ ਮਨ ਕੁੱਤਾ ਬਣ ਜਾਂਦਾ ਹੈ, ਕਦੀ ਹਾਥੀ ਬਣ ਜਾਂਦਾ ਹੈ, ਕਦੀ ਸੂਅਰ ਬਣ ਜਾਂਦਾ ਹੈ, ਕਦੀ ਗਧਾ ਬਣ ਜਾਂਦਾ। ਠੀਕ ਹੈ ਨਾ। ਇਹ ਮਨ ਜੂਨਾਂ ਦੇ ਵਿੱਚ ਪਿਆ ਰਹਿੰਦਾ ਹੈ। ਜਿੱਦਾਂ ਜਿੱਦਾਂ ਇਹ ਜੂਨਾਂ ਦੇ ਵਿੱਚ ਪੈ ਰਿਹਾ ਹੈ, ਮੈਲ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਠੀਕ ਹੈ ਨਾ। ਹੁਣ ਮੰਨ ਲਓ ਇਹ ਕੁੱਤਾ ਬਣਿਆ, ਲਾਲਚ ਆਇਆ ਸੀਗਾ ਤਾਂ ਹੀ ਤੇ ਬਣਿਆ। ਇਹ ਹਾਥੀ ਬਣਿਆ, ਕਿਉਂ ਬਣਿਆ? ਕਿਉਂਕਿ ਕਾਮ ਆਇਆ ਸੀਗਾ, ਕਾਮ ਦਾ ਭੈੜਾ ਪ੍ਰਭਾਵ ਆਇਆ ਸੀਗਾ ਤਾਂ ਹੀ ਤੇ ਬਣਿਆ। ਇਹ ਮੈਲ ਜਿਹੜੀ ਹੈ ਉਹ ਵੱਧਦੀ ਜਾਵੇਗੀ। ਠੀਕ ਹੈ ਨਾ। ਕਾਲਾ ਹੋਆ ਛਿਆ, ਤੇ ਮਨ ਜਿਹੜਾ ਹੈ ਨਾ ਉਹ ਕਾਲਾ ਹੁੰਦਾ ਜਾਵੇਗਾ। ਪਰ ਜੇਕਰ ਸੱਚ ਦਾ ਸੰਗ ਕਰ ਲਿਆ ਜਾਵੇ ਤੇ ਇਸ ਕਾਲਖ ਤੋਂ ਬਚਿਆ ਜਾ ਸਕਦਾ ਹੈ। ਠੀਕ ਹੈ ਨਾ। ਫਿਰ ਮੈਲ ਨਹੀਂ ਭਰਦੀ। ਵੱਡ ਭਾਗੀ ਹਰ ਸੰਗਤ ਪਾਵੇਂ। ਫਿਰ ਮਨੁੱਖ ਦੇ ਭਾਗ ਜਿਹੜੇ ਨੇ ਨਾ ਉਹ ਵੱਡੇ ਹੋ ਜਾਂਦੇ ਨੇ। ਜੇ ਸੱਤ ਦਾ ਸੰਗ ਕਰ ਲਿਆ ਜਾਵੇ ਨਾ ਫਿਰ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਤੇ ਜਿਹੜਾ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ਨਾ ਉਹ ਫਿਰ ਹਰ ਸੰਗਤ ਪਾਵੇਂ। ਉਹ ਸਦਾ ਹੀ ਹਰੀ ਦੀ ਸੰਗਤ ਪਾਉਂਦਾ ਹੈ ਆਪਣੇ ਜੀਵਨ ਦੇ ਵਿੱਚ। ਠੀਕ ਹੈ ਨਾ। ਉਹ ਫਿਰ ਸਦਾ ਹੀ ਚੰਗੇ ਗੁਣਾਂ ਦੀ ਸੰਗਤ ਪਾਉਂਦਾ ਹੈ ਆਪਣੇ ਜੀਵਨ ਦੇ ਵਿੱਚ। ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਣ ਭ੍ਰਮ ਚੋਟਾਂ ਖਾਵੇ। ਹੁਣ ਭਾਗਹੀਣ ਕਿਹਨੂੰ ਕਿਹਾ ਗਿਆ? ਜਿਹੜਾ ਭਾਗਾ ਤੋਂ ਹੀਣਾ ਹੈ। ਭਾਵ ਜਿਹਨੇ ਭਾਗ ਨਹੀਂ ਲਿਆ ਆਪਣੇ ਜੀਵਨ ਦੇ ਵਿੱਚ, ਜਿਹਨੇ ਉਦਮ ਨਹੀਂ ਕੀਤਾ ਸੱਚ ਵਾਲੇ ਪਾਸੇ ਨੂੰ, ਭਾਗਹੀਣ ਭ੍ਰਮ ਚੋਟਾਂ ਖਾਵੇ। ਉਹ ਭਰਮਾਂ ਦੇ ਵਿੱਚ ਫਸ ਕੇ ਬਸ ਆਪਣੀ ਜ਼ਿੰਦਗੀ ਦੇ ਵਿੱਚ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਚੋਟਾਂ ਹੀ ਖਾਂਦਾ ਰਹਿੰਦਾ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੁੱਝੈ, ਕੋਈ ਨਾ ਸੁਣੈ ਪੁਕਾਰਾ। ਬਸ ਇਹ ਵਿਕਾਰ ਅੰਦਰੋਂ ਚੰਗੇ ਗੁਣਾਂ ਰੂਪੀ ਅੰਮ੍ਰਿਤ ਨੂੰ ਲੁੱਟਦੇ ਰਹਿੰਦੇ ਨੇ। ਤੇ ਇਹ ਬੰਦਾ ਜਿਹੜਾ ਹੈ ਉਹ ਨਿਤ ਚੋਟਾਂ ਆਪਣੇ ਜੀਵਨ ਦੇ ਵਿੱਚ ਖਾਂਦਾ ਰਹਿੰਦਾ ਹੈ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਜਿਹੜਾ ਆਪਣੇ ਭਾਣੇ ਵਿੱਚ ਤੁਰਦਾ, ਜਿਹੜਾ ਆਪਣੇ ਅਕੋਰਡਿੰਗ ਤੁਰਨਾ ਚਾਹੁੰਦਾ ਹੈ ਨਾ, ਜਿਹੜਾ ਸੱਚ ਵਾਲੇ ਪਾਸੇ ਨੂੰ ਪਾਰਟਿਸਿਪੇਟ ਨਹੀਂ ਕਰਨਾ ਚਾਹੁੰਦਾ, ਜਿਹੜਾ ਉਦਮ ਨਹੀਂ ਕਰਨਾ ਚਾਹੁੰਦਾ ਚੰਗੇ ਪਾਸੇ ਨੂੰ,
ਉਹਦਾ ਕੀ ਹੁੰਦਾ, ਉਹ ਚੋਟਾਂ ਹੀ ਖਾਂਦਾ ਆਪਣੇ ਜੀਵਨ ਦੇ ਵਿੱਚ। ਇਹ ਵਿਕਾਰ ਜਿਹੜੇ ਨੇ ਬਾਰ-ਬਾਰ ਉਹਨੂੰ ਚੋਟਾਂ ਮਾਰਦੇ ਰਹਿੰਦੇ ਨੇ। ਸੋ ਇਹ ਗੱਲ ਹੁਣ ਤੁਹਾਨੂੰ ਕਲੀਅਰ ਹੋ ਗਈ ਹੋਵੇਗੀ ਕਿ ਇੱਥੇ ਭਾਗਾਂ ਨਹੀਂ ਉਚਾਰਨ ਕਰਨਾ, ਭਾਗਾ ਉਚਾਰਨ ਕਰਨਾ ਹੈ। ਇੱਥੇ ਭਾਗ ਲੈਣ ਦੀ ਗੱਲ ਹੋ ਰਹੀ ਹੈ, ਨਾ ਕਿ ਇੱਥੇ ਉਹ ਜਿਹੜੇ ਭਾਗਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਸਾਡੇ ਤੇ ਵੱਡੇ ਭਾਗ ਨਹੀਂ ਹੈਗੇ, ਅਸੀਂ ਸੱਤ ਦਾ ਸੰਗ ਕਿਵੇਂ ਕਰ ਲਈਏ। ਉਹ ਗੱਲਾਂ ਇੱਥੇ ਨਹੀਂ ਚੱਲਦੀਆਂ ਪਈਆਂ, ਕਿਉਂਕਿ ਭਾਗ ਜਿਹੜੇ ਨੇ ਨਾ ਉਹ ਆਪੇ ਵੱਡੇ ਨਹੀਂ ਹੁੰਦੇ, ਭਾਗ ਵੱਡੇ ਬਣਾਉਣੇ ਪੈਂਦੇ ਨੇ। ਜਿਹੜੇ ਮਨੁੱਖ ਸੱਤ ਦਾ ਸੰਗ ਕਰਦੇ ਨੇ, ਚੰਗੇ ਗੁਣਾਂ ਦੇ ਨਾਲ ਜੁੜਦੇ ਨੇ, ਸੱਚੇ ਗਿਆਨ ਨੂੰ ਜੀਵਨ 'ਚ ਕਮਾਉਂਦੇ ਨੇ ਅਤੇ ਕੁਦਰਤੀ ਨਿਯਮਾਂ ਨੂੰ ਸਮਝ ਕੇ ਸਹੀ ਪਾਸੇ ਨੂੰ ਉੱਦਮ ਕਰਦੇ ਨੇ, ਉਹ ਮਨੁੱਖ ਆਪਣੇ ਭਾਗ ਵੱਡੇ ਬਣਾ ਲੈਂਦੇ ਨੇ। ਜਿਹੜੀ ਇਹ ਗੱਲ ਕਹੀ ਜਾਂਦੀ ਹੈ ਨਾ, ਵੱਡੇ ਭਾਗ ਨਹੀਂ ਹੈਗੇ ਸਾਡੇ, ਅਸਲ 'ਚ ਵੱਡੇ ਭਾਗ ਜਿਹੜੇ ਨੇ ਉਹ ਬਣਾਏ ਜਾਂਦੇ ਨੇ। ਸੋ ਆਪਣਾ ਉੱਦਮ ਜਿਹੜਾ ਹੈ ਨਾ ਉਹ ਵੱਡੇ ਭਾਗ ਬਣਾਉਣ ਵਾਲੇ ਪਾਸੇ ਨੂੰ ਕਰੀਏ, ਸੱਤ ਦਾ ਸੰਗ ਕਰੀਏ, ਤਾਂ ਹੀ ਵੱਡੇ ਭਾਗ ਬਣ ਸਕਦੇ ਹਨ।